ਭਾਰਤੀ ਜਨਤਾ ਪਾਰਟੀ ਦੇ ਸੂਬਾ ਕਾਰਜਕਾਰਨੀ ਦੇ ਮੈਂਬਰ ਤੇ ਸੀਨੀਅਰ ਐਡਵੋਕੇਟ ਬਿਕਰਮ ਸਿੰਘ ਸਿੱਧੂ ਨੇ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਤੇ ਸੂਬੇ ਦੀ ਰਾਜਨੀਤੀ ਤੇ ਕੋਈ ਅਸਰ ਨਹੀਂ ਹੋਵੇਗਾ। ਅਜੀਤ ਦੇ ਉਪ ਦਫ਼ਤਰ ਵਿੱਚ ਗੱਲਬਾਤ ਕਰਦਿਆਂ ਐਡਵੋਕੇਟ ਸਿੱਧੂ ਨੇ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੋਵੇਂ ਹੀ ਬਾਹਰਲੇ ਸੂਬਿਆਂ ਨਾਲ ਸੰਬੰਧਿਤ ਹਨ ਤੇ ਇਹਨਾਂ ਨੂੰ ਪੰਜਾਬੀ ਕਲਚਰ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੈ। ਉਹਨਾਂ ਦੱਸਿਆ ਕਿ ਜਿਹੜੇ ਲੋਕ ਪੰਜਾਬੀ ਬੋਲਣਾ ਤੇ ਸਮਝਣਾ ਪੂਰੀ ਤਰ੍ਹਾਂ ਜਾਣਦੇ ਨੇ ਉਹ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝ ਸਕਦੇ ਨੇ। ਉਹਨਾਂ ਦੱਸਿਆ ਕਿ ਇਹ ਮੌਕਾ ਪ੍ਰਸਤੀ ਰਾਜਨੀਤੀ ਹੈ ਜਿਸ ਨੂੰ ਕਿ ਪੰਜਾਬੀ ਕਦੇ ਮਨਜ਼ੂਰ ਨਹੀਂ ਕਰਨਗੇ। ਆਪ ਜੀ ਸਾਹਿਬ ਨੂੰ ਸਤਿ ਸ੍ਰੀ ਅਕਾਲ। ਮੈਂ ਸਭ ਤੋਂ ਪਹਿਲਾਂ ਤਾਂ ਪੰਜਾਬੀ ਅਜੀਤ ਅਖਬਾਰ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਪੰਜਾਬ ਨੂੰ, ਪੰਜਾਬ ਦੀ ਪੰਜਾਬੀਅਤ ਨੂੰ ਔਰ ਪੰਜਾਬੀ ਮਾਂ ਬੋਲੀ ਨੂੰ ਕਈ ਸਾਲਾਂ ਤੋਂ, ਕਈ ਵਰ੍ਹਿਆਂ ਤੋਂ, ਕਈ ਡਿਕੇਡਸ ਤੋਂ ਜੀਵਤ ਰੱਖਿਆ। ਜੋ ਆਪ ਜੀ ਦਾ ਸਵਾਲ ਹੈ ਕਿ ਕੁੰਵਰ ਵਿਜੇ ਪ੍ਰਤਾਪ ਜੀ ਨੇ ਆਪ ਪਾਰਟੀ ਜੁਆਇਨ ਕੀਤੀ, ਉਸ ਨੂੰ ਪੰਜਾਬ ਵਿੱਚ ਕਿਵੇਂ ਲੈਂਦੇ ਆ। ਦੇਖੋ, ਮੇਰਾ ਮੰਨਣਾ ਹੈ ਕਿ ਇਹ ਇੱਕ ਅਨਹੋਲੀ ਅਲਾਇੰਸ ਆ, ਇੱਕ ਅਨਹੋਲੀ ਜੁਆਇਨਿੰਗ ਆ। ਇਹ ਦੋਵੇਂ ਹੀ ਆਊਟਸਾਈਡਰ ਨੇ, ਜਿੰਨਾ ਕਿ ਮੰਨਣਾ ਜਿਵੇਂ ਕਿ ਕੇਜਰੀਵਾਲ ਸਾਹਿਬ ਔਰ ਕੁੰਵਰ ਵਿਜੇ ਪ੍ਰਤਾਪ, ਜਿਨ੍ਹਾਂ ਦਾ ਦੋਵਾਂ ਦਾ ਹੀ ਪੰਜਾਬ ਦੀ ਧਰਤੀ ਦੇ ਨਾਲ ਕੋਈ ਨਿੱਘ ਤੇ ਸਨੇਹ ਨਹੀਂ ਹੈਗਾ। ਜੋ ਪੰਜਾਬੀ ਨੂੰ ਚੰਗੀ ਤਰ੍ਹਾਂ ਸਮਝ ਨਹੀਂ ਸਕਦੇ, ਪੰਜਾਬੀ ਨੂੰ ਉਹੀ ਸਮਝ ਸਕਦਾ ਜੋ ਪੰਜਾਬ ਦੀਆਂ ਗਲੀਆਂ ਦੇ ਵਿੱਚ, ਪੰਜਾਬ ਦੀ ਪਿੰਡਾਂ ਦੇ ਸੱਥਾਂ ਦੇ ਵਿੱਚ ਰਹਿ ਕੇ ਪਲਿਆ ਹੋਵੇ ਤੇ ਪੜ੍ਹਿਆ ਹੋਵੇ। ਔਰ ਦੋਵੇਂ ਹੀ ਵਿਅਕਤੀ ਜਿਹੜੇ ਨੇ ਉਹ ਪੰਜਾਬ ਤੋਂ ਬਾਹਰ ਨੇ, ਜੋ ਪੰਜਾਬ ਦੀ ਭੂਗੋਲਿਕ ਸਥਿਤੀ ਨੂੰ ਚੰਗੀ ਤਰ੍ਹਾਂ ਸਮਝ ਨਹੀਂ ਸਕਦੇ, ਵੇਖ ਨਹੀਂ ਸਕਦੇ, ਜਾਂਚ ਨਹੀਂ ਸਕਦੇ। ਸੋ ਇਹਨਾਂ ਦੋਵਾਂ ਦਾ ਹੀ ਚਾਹੇ ਜੁਆਇਨਿੰਗ ਅੰਮ੍ਰਿਤਸਰ ਸਾਹਿਬ ਵਿਖੇ ਜਾ ਕੇ ਕਰਨ, ਚਾਹੇ ਦਿੱਲੀ ਵਿਖੇ ਕਰਨ, ਇਹਨਾਂ ਦੇ ਪੰਜਾਬ ਦੀ ਸਿਆਸਤ ਤੇ ਭਵਿੱਖ ਦੇ ਵਿੱਚ ਕੋਈ ਵੀ ਪ੍ਰਭਾਵ ਪੈਣ ਵਾਲਾ ਨਹੀਂ ਹੈਗਾ ਔਰ ਨਾ ਹੀ ਇਹਨਾਂ ਦੇ ਪ੍ਰਭਾਵ ਦੇ ਨਾਲ ਪੰਜਾਬ ਦੇ ਵਿੱਚ ਕੋਈ ਵੱਡੀ ਚੇਂਜ ਆਉਣ ਵਾਲੀ ਹੈ। ਇਹ ਇੱਕ ਸਿਰਫ ਇਹਨਾਂ ਨੇ ਆਪਸੀ ਸਵਾਰਥੀ ਹਿੱਤਾਂ ਦਾ ਕਰਕੇ ਜੁਆਇਨਿੰਗ ਕੀਤੀ ਆ। ਬਾਕੀ ਰਹੀ ਗੱਲ ਕੁੰਵਰ ਵਿਜੇ ਪ੍ਰਤਾਪ ਜੀ ਦੀ, ਕੁੰਵਰ ਵਿਜੇ ਪ੍ਰਤਾਪ ਜੀ ਦਾ ਤਾਂ ਮਨਸ਼ਾ ਜਿਹੜਾ ਉਦੇਸ਼ ਆ ਕਈ ਸਾਲਾਂ ਤੋਂ ਪਤਾ ਲੱਗ ਗਿਆ ਸੀ ਕਿ ਉਹ ਰਾਜਨੀਤੀ ਤੋਂ ਪ੍ਰੇਰਿਤ ਆ। ਜਿਹੜੀ ਉਹਨਾਂ ਤਫਤੀਸ਼ ਵੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲਿਆਂ ਦੇ ਵਿੱਚ ਕੀਤੀ, ਉਹ ਵੀ ਉਹਨਾਂ ਨੇ ਕੋਈ ਪਾਰਦਰਸ਼ਤਾ ਦੇ ਨਾਲ ਵਧੀਆ ਢੰਗ ਨਾਲ ਤਫਤੀਸ਼ ਨਹੀਂ ਕੀਤੀ। ਉਹ ਵੀ ਤਫਤੀਸ਼ ਉਹਨਾਂ ਨੇ ਵਨ ਸਾਈਡਡ ਜਾਣਬੁੱਝ ਕੇ ਕੀਤੀ, ਜਿਹਦੇ ਨਾਲ ਸਾਰੀਆਂ ਦੋਵੇਂ ਪੋਲੀਟੀਕਲ ਪਾਰਟੀਆਂ, ਅਕਾਲੀ ਦਲ ਤੇ ਕਾਂਗਰਸ ਪਾਰਟੀ ਨੂੰ ਬਹੁਤ ਵੱਡੇ ਲੈਵਲ ਤੇ ਫਾਇਦਾ ਹੋਇਆ। ਪਿਛਲੇ ਲੰਬੇ ਸਮੇਂ ਤੋਂ ਕਿਸਾਨ, ਪੰਜਾਬ ਦੇ ਕਿਸਾਨ ਦਿੱਲੀ ਸਰਹੱਦਾਂ ਤੇ ਬੈਠ ਕੇ ਆਪਣੇ ਹੱਕਾਂ, ਜਿਹੜੇ ਕਾਲੇ ਕਾਨੂੰਨ ਇਹਨਾਂ ਨੇ ਬਣਾਏ ਨੇ ਉਹਨਾਂ ਨੂੰ ਰੱਦ ਕਰਵਾਉਣਾ ਤੇ ਆਪਣੇ ਹੱਕਾਂ ਦੀ ਮੰਗ ਕਰ ਰਹੇ ਆ ਜੀ, ਪਰ ਕੇਂਦਰ ਸਰਕਾਰ ਵੱਲੋਂ ਉਹਨਾਂ ਦੀ ਕੋਈ ਵੀ ਗੱਲ ਨਹੀਂ ਸੁਣੀ ਜਾ ਰਹੀ ਜੀ। ਆਉਣ ਵਾਲੇ ਸਮੇਂ ਦੌਰਾਨ ਜੀ ਤੁਹਾਨੂੰ ਲੱਗਦਾ ਹੈ ਕਿ ਪੰਜਾਬ ਦੀ ਕਿਸਾਨੀ ਦੇ ਮਸਲੇ ਕੇਂਦਰ ਸਰਕਾਰ ਹੱਲ ਕਰੇਗਾ? ਦੇਖੋ, ਪਹਿਲਾਂ ਤਾਂ ਇਹ ਕਿ ਦੇਖੋ, ਜੋ ਕਿਸਾਨ ਸਾਡੇ ਭਰਾ ਅੰਦੋਲਨ ਕਰ ਰਹੇ ਨੇ, ਮੈਂ ਵੀ ਇੱਕ ਪਿੰਡ ਦੇ ਵਿੱਚ ਪਲਿਆ, ਪਿੰਡ ਦੇ ਵਿੱਚ ਮੈਂ 10ਵੀਂ ਕਲਾਸ ਤੱਕ ਪੜ੍ਹਿਆ ਔਰ ਕਿਸਾਨ ਪਰਿਵਾਰ ਦੇ ਵਿੱਚ ਮੇਰਾ ਜੀਵਨ ਜਿਹੜਾ ਵੱਡਾ ਹੋਇਆ। ਕਿਸਾਨੀ ਨਾਲ ਅੱਜ ਵੀ ਮੇਰਾ ਸੰਬੰਧ ਆ, ਅੱਜ ਵੀ ਮੈਂ ਕਿਸਾਨੀ ਦੇ ਵਿੱਚ ਇਨਵੋਲਵ ਹਾਂ, ਕਿਸਾਨੀ ਕਰਵਾਉਣਾ। ਔਰ ਕਿਸੇ ਵਿਅਕਤੀ ਨੂੰ ਵੀ ਅੰਦੋਲਨ ਕਰਨ ਦਾ ਲੋਕਤੰਤਰਕ ਰਾਜ ਦੇ ਵਿੱਚ ਪੂਰਾ ਅਧਿਕਾਰ ਆ। ਉਸੇ ਲੋਕਤੰਤਰਕ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਸਾਡੇ ਕਿਸਾਨ ਭਰਾ ਆਪਣਾ ਮੰਗਾਂ ਰੱਖ ਰਹੇ ਨੇ, ਅੰਦੋਲਨ ਕਰ ਰਹੇ ਨੇ, ਉਹਦੇ ਵਿੱਚ ਕੋਈ ਗਲਤ ਨਹੀਂ ਗਾ। ਜਿੱਥੋਂ ਤੱਕ ਰਹੀ ਗੱਲ ਕਾਨੂੰਨ ਨਾਲ ਸੰਬੰਧਿਤ, ਦੇਖੋ, ਪੰਜਾਬ ਦੇ ਕਿਸਾਨਾਂ ਨੂੰ ਸਭ ਤੋਂ ਪਹਿਲਾਂ ਤਾਂ ਕਿਸਾਨੀ ਜਿਹੜੀ ਆ ਉਹ ਸਾਨੂੰ ਸਮਝਣੀ ਚਾਹੀਦੀ ਕਿ ਕਿਸਾਨੀ ਨੂੰ ਅੱਜ ਦੀ ਡੇਟ ਦੇ ਵਿੱਚ ਦਿੱਕਤ ਕੀ ਆ। ਇਸ ਚੀਜ਼ ਨੂੰ ਅਸੀਂ ਰਾਜਨੀਤਿਕ ਰੰਗਤ ਦਈਏ, ਉਹ ਗੱਲ ਸਹੀ ਨਹੀਂ ਗੀ। ਦੇਖੋ, ਕਿਸਾਨੀ ਨੂੰ ਦਿੱਕਤ ਕੀ ਆ? ਅੱਜ ਕਿਸਾਨ ਕਰਜ਼ੇ ਦੇ ਵਿੱਚ ਡੁੱਬਿਆ ਹੋਇਆ। ਅੱਜ ਪੰਜਾਬ ਦੇ ਪਾਣੀ ਜਿਹੜੇ ਨੇ ਉਹ ਪਿਛਲੇ 10-20 ਸਾਲਾਂ ਦੇ ਵਿੱਚ 200 ਫੁੱਟ ਨੀਚਾ ਚਲੇ ਗਏ ਨੇ ਔਰ ਅੱਜ ਪੰਜਾਬ ਦੇ ਵਿੱਚ ਆਪਣੇ ਭੂਗੋਲਿਕ ਸਥਿਤੀਆਂ ਬਦਲਦੇ ਹੋਏ ਸਾਨੂੰ ਫਸਲ ਦੀ ਵੀ ਡਾਇਵਰਸੀਫਿਕੇਸ਼ਨ ਸਿਸਟਮ ਦੇ ਅਧੀਨ ਫਸਲ ਬਦਲਣੀ ਪਊਗੀ। ਜੇਕਰ ਅੱਜ ਅਸੀਂ ਉਹੀ ਹੀ ਪ੍ਰੈਸੀਡੈਂਟ ਦੇ ਆਧਾਰ 'ਤੇ ਅਸੀਂ ਝੋਨਾ, ਕਣਕ, ਕਮਾਦ ਲੈ ਕੇ ਚੱਲੀ ਜਾਵਾਂਗੇ ਤੇ ਸਾਡੇ ਜਿਹੜੇ ਪਾਣੀ ਆ ਹੋਰ ਸਾਥ ਦੇਣ ਵਾਲੇ ਨਹੀਂ ਹੈਗੇ। ਆਉਂਦੇ ਕੁਝ ਸਾਲਾਂ ਦੇ ਵਿੱਚ ਹੀ ਇਸ ਚੀਜ਼ ਦਾ ਖਤਮ ਹੋ ਜਾਏਗਾ। ਜਿਸ ਚੀਜ਼ ਨੂੰ ਆਪਾਂ ਧਿਆਨ ਵਿੱਚ ਮੱਦੇ ਨਜ਼ਰ ਰੱਖਦੇ ਹੋਏ, ਦੇਖੋ, ਸਭ ਤੋਂ ਪਹਿਲਾਂ ਤਾਂ ਇਹ ਕਿ ਕਿਸਾਨੀ ਦੇ ਕਰਜ਼ੇ ਨੂੰ ਸਮੱਸਿਆ ਜਿਹੜੀ ਉਹਦਾ ਹੱਲ ਹੋਣਾ ਚਾਹੀਦਾ, ਨੰਬਰ 1। ਨੰਬਰ 2, ਜੋ ਡਾਇਵਰਸੀਫਿਕੇਸ਼ਨ ਕ੍ਰੌਪਸ ਆ ਉਹਨਾਂ ਨੂੰ ਕਿਸੇ ਨਾ ਕਿਸੇ ਢੰਗ ਨਾਲ ਵਰਤੋਂ ਵਿੱਚ ਲਿਆਉਣਾ ਚਾਹੀਦਾ। ਡ੍ਰਿਪ ਵਾਟਰ ਸਿਸਟਮ ਆ ਉਹਨੂੰ ਵਰਤੋਂ ਵਿੱਚ ਲਿਆਉਣਾ ਚਾਹੀਦਾ, ਜਿਸ ਨਾਲ ਸਾਡਾ ਪੰਜਾਬ ਦਾ ਕਿਸਾਨ ਅਮੀਰ ਵੀ ਹੋਊਗਾ, ਪੰਜਾਬ ਦਾ ਕਿਸਾਨ ਖੁਸ਼ਹਾਲ ਵੀ ਹੋਊਗਾ ਤੇ ਜਿਹੜੀਆਂ ਪ੍ਰੋਬਲਮ ਸਮੱਸਿਆਵਾਂ ਆਪਾਂ ਕਹਿੰਦੇ ਉਹ ਆਪਣੇ ਆਪ ਹੀ ਹੱਲ ਹੋ ਜਾਣਗੀਆਂ।
ਰਹੀ ਗੱਲ ਕਾਨੂੰਨ ਦੀ, ਕਾਨੂੰਨ ਦੇ ਵਿੱਚ ਇਸ ਤਰ੍ਹਾਂ ਹੈ ਕਿ ਮਾਹਰ ਬੈਠਣ, ਕਿਸਾਨ ਆਪਣੀਆਂ ਮੰਗਾਂ ਰੱਖਣ ਕਿ ਆਹ ਚੀਜ਼ ਸੋਧ ਹੋਣੀ ਚਾਹੀਦੀ ਆ, ਜਿਹਦੇ ਆਧਾਰ ਤੇ ਉਹਦੇ ਵਿੱਚ ਤਬਦੀਲੀ ਹੋਵੇ। ਕੇਂਦਰ ਸਰਕਾਰ ਵੀ ਰੈਡੀ ਬੈਠੀ ਆ, ਕਈ ਮੀਟਿੰਗਾਂ ਕਰ ਚੁੱਕੇ ਨੇ, ਕੇਂਦਰ ਸਰਕਾਰ ਨੇ ਅੱਜ ਤੱਕ ਕਦੇ ਮਨਾ ਨਹੀਂ ਕੀਤਾ। ਔਰ ਜਦੋਂ ਵੀ ਕਿਸਾਨ ਭਰਾ ਆਪਣੀ ਮੰਗ ਲੈ ਕੇ ਜਾਂਦੇ ਨੇ, ਬੈਠਦੇ ਨੇ, ਵਿਚਾਰ ਹੁੰਦਾ ਆ। ਔਰ ਪ੍ਰਮਾਤਮਾ ਅੱਗੇ ਵੀ ਅਸੀਂ ਇਹੋ ਅਰਦਾਸ ਕਰਦੇ ਹਾਂ ਕਿ ਆਉਂਦੇ ਕੁਝ ਦਿਨਾਂ ਦੇ ਵਿੱਚ ਇਹ ਸਾਰੀ ਸਮੱਸਿਆ ਦਾ ਬਹੁਤ ਵਧੀਆ ਢੰਗ ਨਾਲ ਹੱਲ ਹੋ ਜਾਏਗਾ। ਔਰ ਸਾਡੇ ਸਤਿਕਾਰਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਪੰਜਾਬ ਦੇ ਕਿਸਾਨਾਂ ਪ੍ਰਤੀ ਇੰਨੇ ਕੁ ਇੰਟਰਸਟਿਡ ਨੇ ਉਹਨਾਂ ਦੇ ਮਸਲੇ ਹੱਲ ਕਰਨ ਦੇ ਵਿੱਚ। ਤੁਸੀਂ ਦੇਖੋ, ਭਾਰਤ ਦੇ ਇਤਿਹਾਸ ਦੇ ਵਿੱਚ ਪਿਛਲੇ ਕਈ ਡਿਕੇਡਸ ਦੇ ਵਿੱਚ ਪਹਿਲੀ ਵਾਰ 72 ਰੁਪਏ ਝੋਨੇ ਦੇ ਉੱਪਰ MSP ਇਨਕਰੀਜ਼ ਕੀਤੀ ਗਈ। 1868 ਰੁਪਏ ਕੁਆਂਟਲ ਤੋਂ ਸਿੱਧਾ 1940 ਰੁਪਏ ਪ੍ਰਤੀ ਕੁਆਂਟਲ ਭਾਅ ਹੋਇਆ ਝੋਨੇ ਦਾ। ਔਰ ਇਸੇ ਤਰ੍ਹਾਂ ਬਾਜਰੇ ਦੀ ਫਸਲ ਤੇ ਲਗਭਗ 100 ਰੁਪਇਆ ਸਬਸਿਡੀ ਵਧਾਈ ਗਈ, ਉਹ ਵੀ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਕੀਤਾ। ਇਸੇ ਹੀ ਤਰ੍ਹਾਂ ਉਹਨਾਂ ਨੇ ਜਿਹੜੀਆਂ ਖਾਦਾਂ ਆ ਉਹਨਾਂ ਤੇ ਸਬਸਿਡੀ ਵਧਾਈ। ਔਰ ਇਸੇ ਤਰ੍ਹਾਂ ਹੋਰ ਵੀ ਕਈ ਸਹੂਲਤਾਂ ਨੇ ਜਿਹੜੀਆਂ ਕਿ ਸਬਸਿਡੀਆਂ ਵੱਖ-ਵੱਖ ਸਮਿਆਂ ਤੇ ਦਿੱਤੀਆਂ ਜਾ ਰਹੀਆਂ ਨੇ। ਅੱਜ ਪੰਜਾਬ ਦੇ ਕਿਸਾਨ ਨੂੰ ਕਿਸੇ ABC ਏਜੰਟ ਦੇ ਅੱਗੇ ਹੱਥ ਨਹੀਂ ਵੱਢਣੇ ਆਪਣੇ ਅੱਡਣੇ ਪੈਂਦੇ ਜਦੋਂ ਆਪਣੀ ਜਿਣਸ ਵੇਚਦਾ, ਫਸਲ ਵੇਚਦਾ। ਸਰਕਾਰ ਸਿੱਧੇ ਪੈਸੇ ਉਹਦੇ ਖਾਤੇ ਦੇ ਵਿੱਚ ਪਾਉਂਦੀ ਹੈ, ਜੋ ਕਿ ਸਾਡੇ ਵੀ ਖਾਤੇ ਵਿੱਚ ਆਏ। ਅਸੀਂ ਜਿਣਸ ਵੇਚੀ, ਫਸਲ ਵੇਚੀ, ਸਾਡੇ ਖਾਤਿਆਂ ਵਿੱਚ ਵੀ ਆਏ। ਔਰ ਦੇਖੋ, ਇਹ ਕਿੱਡੀਆਂ ਕਿੱਡੀਆਂ ਵੱਡੀਆਂ ਰਾਹਤਾਂ ਨੇ। ਇਹ ਰਾਹਤਾਂ ਜਿਹੜੀਆਂ ਨੇ ਖਤਮ ਨਹੀਂ ਹੋਣ ਵਾਲੀਆਂ, ਰੁਕਣ ਨਹੀਂ ਵਾਲੀਆਂ। ਆਉਂਦੇ ਕੁਝ ਦਿਨਾਂ ਦੇ ਵਿੱਚ, ਕੁਝ ਮਹੀਨਿਆਂ ਦੇ ਵਿੱਚ ਪੰਜਾਬ ਦੇ ਕਿਸਾਨਾਂ ਨੂੰ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਹੋਰ ਵੀ ਰਾਹਤਾਂ ਦੇਣ ਵਾਲੇ ਪਾਸੇ ਜਾ ਰਹੇ ਨੇ, ਜਿਹਦੇ ਨਾਲ ਸਾਡਾ ਪੰਜਾਬ ਦਾ ਕਿਸਾਨ ਖੁਸ਼ਹਾਲ ਵੀ ਹੋਊਗਾ, ਬਹਾਲ ਵੀ ਹੋਊਗਾ। ਜੋ ਅੱਜ ਤੱਕ ਅਕਾਲੀ ਦਲ ਨੇ ਜਾਂ ਕਾਂਗਰਸ ਪਾਰਟੀ, ਜਿਹੜੀਆਂ ਰਵਾਇਤਾਂ ਪਾਰਟੀਆਂ ਨੇ ਪੰਜਾਬ ਦੇ ਵਿੱਚ, ਜਿਨ੍ਹਾਂ ਦਾ ਆਪਸੀ ਵਿੱਚ ਲੈਣ ਦੇਣ ਚੱਲਦਾ ਆ, ਉਹਨਾਂ ਨੇ ਅੱਜ ਤੱਕ ਕਦੇ ਪੰਜਾਬ ਦੇ ਕਿਸਾਨ ਦੀ ਏਡੀ ਵੱਡੀ ਸਾਰ ਨਹੀਂ ਲਈ ਜੋ ਭਾਰਤੀ ਜਨਤਾ ਪਾਰਟੀ ਦੇ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਲੈ ਰਹੇ ਨੇ ਤੇ ਲੈਣ ਜਾ ਰਹੇ ਨੇ। ਔਰ ਮੇਰਾ ਮੰਨਣਾ ਕਿ ਜਿਹੜੀਆਂ ਸਮੱਸਿਆਵਾਂ ਨੇ ਇਹ ਸਾਰੀਆਂ ਜਲਦੀ ਹੱਲ ਹੋ ਜਾਣਗੀਆਂ। ਔਰ ਵਾਹਿਗੁਰੂ ਅੱਗੇ, ਪ੍ਰਮਾਤਮਾ ਅੱਗੇ ਵੀ ਸਾਡੀ ਇਹੋ ਅਰਦਾਸ ਹੈ ਕਿ ਜਲਦੀ ਤੋਂ ਜਲਦੀ ਸਾਰਾ ਮਾਮਲਾ ਨਿਪਟੇ ਔਰ ਪੰਜਾਬ ਦੇ ਵਿੱਚ ਖੁਸ਼ਹਾਲੀ ਆਵੇ। ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਇਕੱਲੇ ਤੌਰ ਤੇ ਆਪਣੇ ਦਮ ਤੇ ਪੰਜਾਬ ਵਿੱਚ ਚੋਣਾਂ ਲੜੇਗੀ ਜਾਂ ਕਿਸੇ ਨਾਲ ਗੱਠਜੋੜ ਹੋਣ ਦੀ ਸੰਭਾਵਨਾ? ਦੇਖੋ, ਭਾਰਤੀ ਜਨਤਾ ਪਾਰਟੀ ਜਿਹੜੀ ਆ ਸਭ ਤੋਂ ਵੱਡਾ ਕੈਡਰ ਉਹਦਾ ਸਾਰੇ ਵਰਲਡ ਵਿੱਚ ਆ। ਅੱਜ ਉਹਨੂੰ ਕਿਹਾ ਜਾ ਰਿਹਾ ਕਿ ਡੈਮੋਕ੍ਰੇਟਿਕ ਕੰਟਰੀ ਦੇ ਵਿੱਚ ਸਭ ਤੋਂ ਲਾਰਜੈਸਟ ਪਾਰਟੀ ਜੇਕਰ ਵਰਲਡ ਦੇ ਵਿੱਚ ਆ, ਉਹ ਭਾਰਤੀ ਜਨਤਾ ਪਾਰਟੀ ਆ। ਔਰ ਪੰਜਾਬ ਦੇ ਵਿੱਚ ਵੀ ਉਹਨੂੰ ਕਿਸੇ ਵਰਕਰ ਦੀ ਘਾਟ ਨਹੀਂ ਗੀ, ਲੀਡਰ ਦੀ ਘਾਟ ਨਹੀਂ ਗੀ। ਉਹ ਸਾਰੀਆਂ ਸੀਟਾਂ ਤੇ ਖੁਦ ਹੀ ਇਲੈਕਸ਼ਨ ਲੜਨ ਦੇ ਵਿੱਚ ਸਮਰੱਥ ਆ। ਔਰ ਰਹੀ ਗੱਲ ਕਿਸੇ ਦੇ ਵਿੱਚ ਆਉਣ ਦੀ ਜਾਂ ਨਾ ਆਉਣ ਦੀ, ਸਾਡੀ ਉਹ ਸਤਿਕਾਰਯੋਗ ਹਾਈ ਕਮਾਨ ਆ, ਉਹਨਾਂ ਨੇ ਜਿਸ ਤਰ੍ਹਾਂ ਦੇ ਵੀ ਫੈਸਲੇ ਭਵਿੱਖ 'ਚ ਲੈਣੇ ਹੋਣਗੇ, ਉਹ ਪੰਜਾਬ ਦੇ ਇੰਟਰਸਟ ਨੂੰ ਵਾਚ ਕਰਦੇ ਹੋਏ, ਪੰਜਾਬ ਦੇ ਭਵਿੱਖ ਨੂੰ ਵਾਚ ਕਰਦੇ ਹੋਏ ਅਕੋਰਡਿੰਗਲੀ ਉਹ ਫੈਸਲੇ ਲੈਣਗੇ। ਤੇ ਸਾਨੂੰ ਮਨਜ਼ੂਰ ਨੇ, ਉਹ ਜੋ ਵੀ ਪੰਜਾਬ ਦੀ ਬਿਹਤਰੀ ਵਾਸਤੇ ਹੋਵੇ ਉਹ ਸਾਨੂੰ ਸਭ ਮਨਜ਼ੂਰ ਆ। ਕਿਉਂਕਿ ਮੈਂ ਪੰਜਾਬ ਦੀ ਬਿਹਤਰੀ ਵਾਸਤੇ, ਪੰਜਾਬੀਅਤ ਵਾਸਤੇ, ਪੰਜਾਬ ਨੂੰ ਬਚਾਉਣ ਵਾਸਤੇ ਵੀ ਇਸ ਫੀਲਡ ਵਿੱਚ ਆਇਆ, ਰਾਜਨੀਤੀ ਵਿੱਚ, ਤਾਂ ਕਿ ਸਾਡੇ ਉੱਜੜਦੇ ਜਾ ਰਹੇ ਪੰਜਾਬ ਨੂੰ ਬਚਾਇਆ ਜਾ ਸਕੇ। ਜੀ, ਬੀਤੇ ਦਿਨੀ BSP ਅਤੇ ਅਕਾਲੀ ਦਲ ਦਾ ਸਮਝੌਤਾ ਹੋਇਆ, ਕੀ ਇਸ ਨਾਲ ਦੋਵਾਂ ਪਾਰਟੀਆਂ ਨੂੰ ਪੰਜਾਬ ਦੇ ਲੋਕ ਪ੍ਰਵਾਨ ਕਰਨਗੇ ਸਮਝੌਤੇ ਨੂੰ, ਗੱਠਜੋੜ ਨੂੰ? ਦੇਖੋ, ਮੈਨੂੰ ਇੱਦਾਂ ਲੱਗਦਾ ਵੀ ਹਾਥੀ ਦਾ ਭਾਰ ਬਹੁਤ ਜ਼ਿਆਦਾ ਆ, ਉਹਨੇ ਤੱਕੜੀ ਦੇ ਵਿੱਚ ਬਹਿ ਕੇ ਸੂਤ ਨਹੀਂ ਆਉਣਾ। ਔਰ ਇਹਦੇ ਨਾਲ ਜਿਹੜੀ ਤੱਕੜੀ ਆ ਉਹ ਵਿਖੜ ਸਕਦੀ ਆ। ਔਰ ਇਹ ਇੱਕ ਅਨਹੋਲੀ ਅਲਾਇੰਸ ਆ, ਆਪਵਿੱਤਰ, ਜਿਹਨੂੰ ਕਹਿੰਦੇ, ਪਵਿੱਤਰ ਨਹੀਂ, ਆਪਵਿੱਤਰ ਅਲਾਇੰਸ ਆ। ਔਰ ਸਮੇਂ ਦੇ ਨਜ਼ਾਕਤ ਦੇ ਅਨੁਸਾਰ ਅਲਾਇੰਸ ਆ। ਆਪ ਜੀ ਨੂੰ ਪਤਾ ਹੋਊਗਾ ਕਿ ਕਾਂਚੀ ਰਾਮ ਜੀ ਨੇ ਸਭ ਤੋਂ ਪਹਿਲਾਂ ਇਲੈਕਸ਼ਨ ਪੰਜਾਬ ਦੇ ਵਿੱਚੋਂ ਲੜੀ ਸੀ। ਜਦੋਂ ਉਹਨਾਂ ਨੂੰ ਪੰਜਾਬ ਦੇ ਵਿੱਚ ਉਹਦਾ ਕੋਈ ਭਾਅ ਮੁੱਲ ਪੈਂਦਾ ਨਹੀਂ ਦਿਸਿਆ ਤਾਂ ਭੱਜ ਕੇ ਯੂਪੀ ਜਾ ਵੜਿਆ ਸੀ। ਕਹਿਣ ਦਾ ਭਾਵ, ਪੰਜਾਬ ਦੇ ਵਿੱਚ BSP ਦਾ ਕੋਈ ਵਜੂਦ ਨਹੀਂਗਾ, ਕੋਈ ਉਹਨਾਂ ਦਾ ਇੱਥੇ ਸਿਸਟਮ ਨਹੀਂਗਾ। ਔਰ ਅਕਾਲੀ ਦਲ ਨੇ ਵੀ ਬੜੀ ਚੁਸਤੀ ਦੇ ਨਾਲ ਉਹ ਸੀਟਾਂ BSP ਨੂੰ ਦੇਤੀਆਂ ਜਿਨ੍ਹਾਂ ਬਾਰੇ ਉਹਨਾਂ ਨੂੰ ਪਤਾ ਹੀ ਸੀ ਵੀ ਇੱਥੇ ਕੋਈ ਮੁੱਲ ਨਹੀਂ ਵੱਟੀ ਦਾ, ਵੀ ਨਾ ਇੱਥੇ ਅਕਾਲੀ ਦਲ ਨੂੰ ਵੋਟ ਪੈਣੀ ਆ, ਨਾ ਕੁਛ ਹੋਣਾ ਆ। ਉਹਨਾਂ ਨੇ ਉਹ ਸੀਟਾਂ ਚੁੱਕ ਕੇ BSP ਦੀ ਝੋਲੀ ਪਾਤੀਆਂ। ਅੱਗੋਂ BSP ਦੇ ਵੀ ਆਪਣੇ ਇੰਟਰਸਟ ਨੇ, ਸੁਣਿਆ ਵੀ ਕੁਛ ਇਹਨਾਂ ਦਾ ਆਪਸ ਵਿੱਚ ਵੈਸਟ ਇੰਟਰਸਟ ਵੀ ਨੇ। ਉਹਨਾਂ ਵੈਸਟ ਇੰਟਰਸਟ ਨੂੰ ਦੇਖਦੇ ਹੋਏ ਇੱਕ ਦੂਸਰੇ ਨਾਲ ਮਿਲੇ ਨੇ। 25 ਸਾਲਾਂ ਬਾਅਦ ਪਿਆਰ ਜਾਗਿਆ ਇਹਨਾਂ ਦਾ ਆਪਸ ਵਿੱਚ। ਅਦਰਵਾਈਜ਼ ਇਹਨਾਂ ਦੇ ਕੋਈ ਵੀ ਇਸ ਅਲਾਇੰਸ ਨਾਲ ਪੰਜਾਬ ਦੀ ਜਨਤਾ ਦੇ ਉੱਪਰ ਕੋਈ ਇੰਪੈਕਟ ਨਹੀਂ ਪੈਣ ਵਾਲਾ, ਕਿਉਂਕਿ ਰਾਜਨੀਤੀ ਦੇ ਵਿੱਚ ਪੰਜਾਬ ਦੇ ਨਾਲ ਜੋ ਖਿਲਵਾੜ ਕੀਤਾ ਹੈ
ਉਹ ਪਿਛਲੇ 50 60 70 ਸਾਲਾਂ ਤੋਂ ਜੇਕਰ ਜ਼ਿੰਮੇਵਾਰ ਨੇ ਤਾਂ ਸਿਰਫ ਦੋ ਪਾਰਟੀਆਂ ਨੇ, ਇੱਕ ਕਾਂਗਰਸ ਪਾਰਟੀ ਔਰ ਇੱਕ ਅਕਾਲੀ ਦਲ। ਔਰ ਅੱਜ ਵੀ ਇਹ ਕਿਹਾ ਜਾ ਰਿਹਾ ਹੈ ਵੀ ਜਿਹੜੇ ਕੈਪਟਨ ਅਮਰਿੰਦਰ ਸਿੰਘ ਆ ਔਰ ਸਾਡੇ ਜਿਹੜੇ ਆਪਣੇ ਹੈਗੇ ਨੇ ਸੁਖਬੀਰ ਸਿੰਘ ਬਾਦਲ, ਇਹ ਚਾਚੇ ਭਤੀਜੇ ਵਾਲਾ ਰੋਲ ਪਲੇ ਕਰ ਰਹੇ ਨੇ। ਔਰ ਜੋ ਸਪੈਸ਼ਲ ਇਨਵੈਸਟੀਗੇਸ਼ਨ ਨੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਮਲੇ ਦੇ ਵਿੱਚ, ਆਪਣੇ ਬੇਅਦਬੀਆਂ ਦੇ ਮਾਮਲੇ ਦੇ ਸੰਬੰਧ ਵਿੱਚ ਤਫਤੀਸ਼ ਕੀਤੀ ਆ, ਉਸ ਤੋਂ ਵੀ ਇਹ ਸਪਸ਼ਟ ਹੁੰਦਾ ਆ ਕਿ ਅਕਾਲੀ ਦਲ ਦਾ ਬਹੁਤ ਵਧੀਆ ਨਿੱਘ ਤੇ ਪਿਆਰ ਆ ਕੈਪਟਨ ਅਮਰਿੰਦਰ ਸਿੰਘ ਨਾਲ। ਦੇਖੋ, ਮੈਂ ਇੱਕ ਵਕੀਲ ਆ, ਅਸੀਂ ਜਦੋਂ ਵੀ ਕਿਸੇ ਜੁਰਮ ਦੀ ਤਫਤੀਸ਼ ਹੁੰਦੀ ਆ, ਸਭ ਤੋਂ ਪਹਿਲਾਂ ਇਹ ਦੇਖਿਆ ਜਾਂਦਾ ਜੁਰਮ ਕਿਹਨੇ ਕੀਤਾ, ਫਿਰ ਇਹ ਦੇਖਿਆ ਜਾਂਦਾ ਜੁਰਮ ਕਿਹਨੇ ਕਰਵਾਇਆ, ਫਿਰ ਇਹ ਦੇਖਿਆ ਜਾਂਦਾ ਕਿ ਜੁਰਮ ਕਰਨ ਦੇ ਵਿੱਚ ਸਾਜ਼ਿਸ਼ ਕਿਹਦੀ ਹੈ, ਫਿਰ ਇਹ ਦੇਖਿਆ ਜਾਂਦਾ ਕਿ ਉਸ ਜੁਰਮ ਨੂੰ ਕਰਨ ਦੀ ਜ਼ਿੰਮੇਵਾਰੀ ਜਦੋਂ ਹੋਇਆ ਤਾਂ ਉਸ ਜੁਰਮ ਨੂੰ ਨਾ ਹੋਣ ਦੇਣ ਦੀ ਜ਼ਿੰਮੇਵਾਰੀ ਕਿਹਦੀ ਸੀ। ਔਰ ਜਦੋਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ, ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾਟੇ, ਸਾਡੇ ਹਿਰਦੇ ਬਲੂੰਦਰੇ ਗਏ, ਉਸ ਵਕਤ ਸਰਕਾਰ ਸੀ ਅਕਾਲੀ ਦਲ ਦੀ, ਤੇ ਜ਼ਿੰਮੇਵਾਰੀ ਕਿਹਦੀ ਬਣਦੀ ਆ? ਅਕਾਲੀ ਦਲ ਦੀ। ਉਹਦੀ ਜ਼ਿੰਮੇਵਾਰੀ ਸਪਸ਼ਟ ਤੌਰ ਤੇ ਕਿਹਦੀ ਆ? ਅਕਾਲੀ ਦਲ ਦੀ। ਇੱਕ ਸਰਕਾਰ ਕਵੇ ਕਿ ਸਾਨੂੰ ਪਤਾ ਨਹੀਂ ਲੱਗ ਰਿਹਾ ਜੁਰਮ ਕਿਹਨੇ ਕੀਤਾ, ਇਸ ਤੋਂ ਵੱਡੀ ਸ਼ਰਮਨਾਕ ਗੱਲ ਨਹੀਂ ਹੋ ਸਕਦੀ। ਔਰ ਕਾਂਗਰਸ ਪਾਰਟੀ ਜਿਹੜੀ ਆ ਉਹ ਤਫਤੀਸ਼ ਕਰਾਉਣ ਲੱਗ ਪਈ। ਤਫਤੀਸ਼ ਕਿਸ ਤਰ੍ਹਾਂ ਕਰਾ ਰਹੇ ਨੇ? 3 ਬੰਦਿਆਂ ਦੀ ਸਿੱਟ ਬਣਾ ਕੇ। ਔਰ ਸਿੱਟ ਜਿਹੜੀ ਆ ਟਾਈਮ ਕਿੰਨਾ ਲੈਂਦੀ ਆ? ਉਹ ਮਾਨਜੋ ਜਿਹੜੇ ਕੁੰਵਰ ਵਿਜੇ ਪ੍ਰਤਾਪ ਜੀ 4.5 ਸਾਲ ਲੈ ਗਏ। ਉਹ ਭਾਈ ਸਾਹਿਬ, ਇਹ ਤਫਤੀਸ਼ ਹੋ ਰਹੀ ਆ, ਇਹ ਕੋਈ ਤੂੰ ਆਪਣੇ ਇਨਸਾਈਕਲੋਪੀਡੀਆ ਨਹੀਂ ਲਿਖ ਰਿਹਾ ਕਿਸੇ ਤੇ। ਤਫਤੀਸ਼ ਤਾਂ ਬੜੀ ਛੋਟੀ ਜਿਹੀ ਚੀਜ਼ ਆ, ਤੁਸੀਂ ਜੁਰਮ ਫਾਈਂਡ ਆਊਟ ਕਰਨਾ ਕਿਹਨੇ ਕੀਤਾ। ਹੁਣ ਅੱਜ ਤੱਕ ਨਾ ਤਾਂ ਸਪਸ਼ਟ ਰੂਪ ਵਿੱਚ ਇਹ ਕੋਈ ਚੀਜ਼ ਸਾਹਮਣੇ ਰੱਖ ਸਕੇ। ਇੱਕ ਵੱਡੀ ਸਾਰੀ ਲੰਮੀ ਚੌੜੀ ਇੱਕ ਚੀਜ਼ ਲਿਖ ਕੇ ਅੱਗੇ ਰੱਖਤੀ, 173 CRPC ਦੀ ਰਿਪੋਰਟ, ਉਹ ਵੀ ਜਿਹੜੇ ਸਿੱਟ ਦੇ ਚੇਅਰਮੈਨ ਸੀ ਉਹਦੇ ਕੋਲੋਂ ਸਾਈਨ ਨਹੀਂ ਕਰਵਾਏ ਜਾਣਬੁੱਝ ਕੇ ਕੈਪਟਨ ਅਮਰਿੰਦਰ ਸਿੰਘ ਜੀ ਨੇ, ਉਹ ਜ਼ਿੰਮੇਵਾਰ ਨੇ। ਔਰ ਕੁੰਵਰ ਵਿਜੇ ਪ੍ਰਤਾਪ ਜੀ ਵੀ ਜ਼ਿੰਮੇਵਾਰ ਨੇ ਵੀ ਤੂੰ ਸਪਸ਼ਟ ਰੂਪ ਵਿੱਚ ਦੋਸ਼ ਜਿੰਨੇ ਕੀਤਾ ਉਹ ਸਾਹਮਣੇ ਕਿਉਂ ਨਹੀਂ ਲਿਆਂਦਾ, ਕਿਉਂ ਤੂੰ ਇੱਕ ਗੋਲ ਮੋੜ ਰਿਪੋਰਟ ਦਿੱਤੀ। ਇਹਦਾ ਮਤਲਬ ਕੁੰਵਰ ਵਿਜੇ ਪ੍ਰਤਾਪ ਦਾ ਵੀ ਕਿਤੇ ਨਾ ਕਿਤੇ ਇਸ ਰਿਪੋਰਟ ਨੂੰ ਗੋਲ ਮੋੜ ਕਰਕੇ ਦੇਣਾ, ਸਪਸ਼ਟ ਰੂਪ ਵਿੱਚ ਨਾ ਦੇਣਾ ਇੰਟਰਸਟ ਸੀ। ਔਰ ਜਦੋਂ ਇਹ ਰਿਪੋਰਟ ਬਣ ਗਈ ਤਾਂ ਉਹ ਰਿਪੋਰਟ ਅਧੂਰੀ ਰਿਪੋਰਟ ਕੋਰਟ 'ਚ ਰੱਖੀ ਗਈ। ਕੋਰਟ ਨੇ ਤਾਂ ਇਹ ਦੇਖਣਾ ਵੀ ਕੀ ਵਧੀਆ ਸਬੂਤ ਹਨ ਕਿ ਨਹੀਂ ਹਨ, ਔਰ ਕੀ ਸਾਰੇ ਆਪਣੇ ਚੇਅਰਮੈਨ ਨੇ, ਮੈਂਬਰਸ ਨੇ ਸਾਈਨ ਕੀਤੇ ਕਿ ਨਹੀਂ ਕੀਤੇ। ਜਦੋਂ ਇਹ ਚੀਜ਼ ਸਾਹਮਣੇ ਆਈ ਕਿ ਚੇਅਰਮੈਨ ਨੇ, ਮੈਂਬਰਸ ਨੇ ਸਾਈਨ ਨਹੀਂ ਕੀਤੇ, ਤਾਂ ਉਹ ਰਿਪੋਰਟ ਜਿਹੜੀ ਸੀ ਉਹ ਡਿੱਗੀ, ਔਰ ਰਿਪੋਰਟ ਉਹ ਕਾਮਯਾਬ ਨਾ ਹੋ ਸਕੀ। ਉਹਦੀ ਜ਼ਿੰਮੇਵਾਰੀ ਕਿਹਦੀ ਆ? ਕੁੰਵਰ ਵਿਜੇ ਪ੍ਰਤਾਪ ਔਰ ਕੈਪਟਨ ਅਮਰਿੰਦਰ ਸਿੰਘ। 1.5 ਸਾਲ ਪਹਿਲਾਂ ਤਫਤੀਸ਼ ਕਰਾਉਂਦੇ ਰਹੇ ਅਕਾਲੀ ਦਲ, 4.5 ਸਾਲ ਲਾਤੇ ਇਹਨਾਂ ਨੇ ਔਰ ਕਾਂਗਰਸ ਪਾਰਟੀ ਨੇ। ਕੀ ਅਸੀਂ ਜਿਹੜੀਆਂ ਹਾਈ ਪ੍ਰੋਫਾਈਲ ਤਫਤੀਸ਼ਾਂ ਨੇ ਉਹਨਾਂ ਨਾਲ ਇਸ ਤਰ੍ਹਾਂ ਖਿਲਵਾੜ ਹੁੰਦਾ ਰਹੂਗਾ ਜਿਹਦੇ ਨਾਲ ਸਾਰਾ ਪੰਜਾਬ ਸੰਬੰਧਿਤ ਹੋਵੇ ਕਿ ਅਸੀਂ ਆਪਣੇ ਕਈ ਵਰ੍ਹੇ ਲਾ ਦਈਏ ਤਫਤੀਸ਼ ਮੁਕੰਮਲ ਕਰਦੇ ਹਾਂ? ਇਹਨਾਂ ਪੰਜਾਬ ਦੀ ਜਨਤਾ ਦੇ ਨਾਲ ਖਿਲਵਾੜ ਕੀਤਾ ਆ, ਇਹਨਾਂ ਨੇ ਪਲੇ ਕੀਤਾ ਆ, ਔਰ ਜ਼ਿੰਮੇਵਾਰੀ ਸਿੱਧਮ ਸਿੱਧੀ ਜਿਹੜੀ ਆ ਅਕਾਲੀ ਦਲ ਔਰ ਕਾਂਗਰਸ ਪਾਰਟੀ ਦੀ ਬਣਦੀ ਆ। ਇਹ ਦੋਵੇਂ ਹੀ ਜ਼ਿੰਮੇਵਾਰ ਨੇ, ਔਰ ਪੰਜਾਬ ਦੇ ਲੋਕ ਭਵਿੱਖ ਦੇ ਵਿੱਚ ਇਹਨਾਂ ਨੂੰ ਮੂੰਹ ਲਾਉਣ ਵਾਲੇ ਨਹੀਂ ਹੈਗੇ। ਜਿਸ ਕਰਕੇ ਇਹ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਦੇ ਵਿੱਚ ਇਹ ਬਿਲਕੁਲ ਜ਼ਿੰਮੇਵਾਰ ਨੇ। ਜੋ ਉਸ ਵਕਤ ਧਰਨੇ ਲੱਗੇ ਸੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੇ ਸੰਬੰਧ ਵਿੱਚ, ਮੈਂ ਉਹਨਾਂ ਸਾਰੀਆਂ ਸਿੱਖ ਜਥੇਬੰਦੀਆਂ ਦੇ ਨਾਲ ਬਿਲਕੁਲ ਸਹਿਮਤ ਹਾਂ। ਸਾਡੇ ਧਾਰਮਿਕ ਗ੍ਰੰਥ ਸਾਹਿਬ ਜੀ ਦੇ ਨਾਲ ਐਡਾ ਵੱਡੀ ਬੇਅਦਬੀ ਹੋਈ ਆ, ਜੇ ਉਹਨਾਂ ਨੇ ਧਰਨੇ ਲਾਏ ਸੀ ਬਿਲਕੁਲ ਸਹੀ ਲਾਏ ਸੀ, ਪਰ ਉਹਨਾਂ ਧਰਨਿਆਂ ਦੇ ਉੱਪਰ ਗੋਲੀ ਚਲਾਈ ਜਾਂਦੀ ਆ। ਮੁੜ ਕੇ ਕਾਂਗਰਸ ਪਾਰਟੀ ਆਉਂਦੀ ਆ, ਉੱਥੇ ਮੰਤਰੀ ਸਾਹਿਬ ਜਾਂਦੇ ਨੇ, ਵਰਗਲਾ ਫਸਲਾ ਕੇ ਸਾਡੇ ਸਿੱਖ ਲੀਡਰ ਸਾਹਿਬਾਨ ਨੂੰ ਕਹਿੰਦੇ ਧਰਨਾ ਚੁੱਕ ਲਓ, ਅਸੀਂ ਬਸ 6 ਮਹੀਨੇ ਤਫਤੀਸ਼ ਮੁਕੰਮਲ ਕਰ ਦਿਆਂਗੇ। ਉਹ 6 ਮਹੀਨੇ ਕਿੱਥੇ ਗਏ? ਕੈਪਟਨ ਸਾਹਿਬ ਝੂਠੀਆਂ ਗੁਟਕਾ ਸਾਹਿਬ ਪਵਿੱਤਰ ਹੱਥ ਵਿੱਚ ਫੜ ਕੇ ਝੂਠੀਆਂ ਸਹੁੰਆਂ ਖਾਂਦੇ ਨੇ, ਮੈਂ ਪੰਜਾਬ 'ਚੋਂ ਨਸ਼ੇ ਖਤਮ ਕਰ ਦਿਆਂਗਾ, ਪੰਜਾਬ 'ਚ ਬੇਰੁਜ਼ਗਾਰੀ ਖਤਮ ਕਰ ਦਿਆਂਗਾ। ਉਹ ਕਿੱਥੇ ਨੇ ਸਾਰਾ ਕੁਛ? ਇਹ ਚੀਜ਼ਾਂ ਜਿਹੜੀਆਂ ਨੇ ਪੰਜਾਬ ਨੂੰ ਉਜਾੜ ਕੇ ਰੱਖ ਦਿੱਤਾ। ਇਹਨਾਂ ਸਾਰੀਆਂ ਚੀਜ਼ਾਂ ਨੇ ਅੱਜ ਪੰਜਾਬ ਜਿਹੜਾ ਆ ਕਿਉਂ ਇੱਕ ਇਹੋ ਜਿਹੀ ਕੰਢੇ ਤੇ ਆ ਕੇ ਖੜ ਗਿਆ ਜਿੱਥੇ ਪੰਜਾਬ ਦੀ ਜਨਰੇਸ਼ਨ ਜਿਹੜੀ ਆ ਪੰਜਾਬ ਵਿੱਚ ਰਹਿਣਾ ਨਾ ਪਸੰਦ ਕਰਕੇ ਫੋਰਨ ਕੰਟਰੀ ਵਿੱਚ ਜਾ ਕੇ ਸੈੱਟ ਹੋਣਾ ਚਾਹੁੰਦੀ ਹੈ। ਇਸ ਤਰ੍ਹਾਂ ਸਾਡੇ ਪੰਜਾਬ ਦਾ ਜਿਹੜਾ ਕਲਚਰ ਹੈ, ਵਿਰਸਾ ਆ, ਉਹ ਸਾਰਾ ਖਤਮ ਹੋ ਜਾਏਗਾ। ਇਸ ਚੀਜ਼ ਲਈ ਜ਼ਿੰਮੇਵਾਰੀ ਕਿਹਦੀ ਆ? ਸਿਰਫ ਕਾਂਗਰਸ ਪਾਰਟੀ ਔਰ ਅਕਾਲੀ ਦਲ। ਇਹਨਾਂ ਦੋਵੇਂ ਰਵਾਇਤੀ ਪਾਰਟੀਆਂ ਤੋਂ ਸਾਡੇ ਪੰਜਾਬ ਨੂੰ ਖਹਿੜਾ ਛਡਵਾਉਣਾ ਚਾਹੀਦਾ, ਜਿਹੜੇ ਸਾਡੇ ਪੰਜਾਬ ਦੇ ਨਾਲ ਇਹਨਾਂ ਖਿਲਵਾੜ ਕੀਤਾ ਜਨਰੇਸ਼ਨ ਦੇ ਨਾਲ। ਔਰ ਭਵਿੱਖ ਦੇ ਵਿੱਚ ਮੈਂ ਬਹੁਤਾ ਕੁਝ ਨਹੀਂ ਕਹਿੰਦਾ, ਮੈਂ ਇੱਕੋ ਗੱਲ ਕਹਿਣਾ ਕਿ ਜੇਕਰ 1984 ਦੇ ਦੰਗੇ ਹੋਏ ਸੀ ਤੇ ਉਹਨਾਂ ਦੰਗਿਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਕਿਹਨੇ ਦਵਾਈਆਂ? ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ। ਔਰ ਜੇਕਰ ਪੰਜਾਬ ਦੇ ਵਿੱਚ ਆਪਣੇ
ਕਰਤਾਰਪੁਰ ਸਾਹਿਬ ਦਾ ਲਾਂਘਾ ਕਿੰਨੇ ਖੁਲਵਾਇਆ? ਮੋਦੀ ਸਾਹਿਬ ਜੀ ਨੇ। ਔਰ ਸੁਲਤਾਨਪੁਰ ਲੋਧੀ ਜੀ ਦੀ ਜਾਂ ਸਾਡੇ ਆਪਣੇ ਆਨੰਦਪੁਰ ਸਾਹਿਬ ਜੀ ਦੀ ਡਿਵੈਲਪਮੈਂਟ ਕਿੰਨੇ ਕਰਾਈ? ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ। ਸੋ ਕਹਿਣ ਦਾ ਮਤਲਬ ਕੀ ਆ ਕਿ ਪੰਜਾਬ ਦੇ ਪ੍ਰਤੀ ਜੇਕਰ ਕੋਈ ਨਿੱਘ ਰੱਖਦੀ ਆ, ਪਿਆਰ ਰੱਖਦੀ ਆ, ਪੰਜਾਬ ਦਾ ਵਿਕਾਸ ਕਰਨਾ ਚਾਹੁੰਦੀ ਆ, ਤਾਂ ਉਹ ਭਾਰਤੀ ਜਨਤਾ ਪਾਰਟੀ ਆ। ਔਰ ਭਾਰਤੀ ਜਨਤਾ ਪਾਰਟੀ ਇਸ ਲਈ ਪੂਰੀ ਤਰ੍ਹਾਂ ਤਿਆਰ ਆ ਕਿ ਪੰਜਾਬ ਨੂੰ ਵਧੀਆ ਪੰਜਾਬ ਬਣਾਉਣਾ ਹੀ ਬਣਾਉਣਾ ਆ, ਜੋ ਮਰਜ਼ੀ ਹੋ ਜਾਵੇ। ਔਰ ਜਿਹੜੇ ਕਰਪਟ ਸਿਸਟਮ ਅਕਾਲੀ ਦਲ ਨੇ ਡਿਵੈਲਪ ਕੀਤੇ ਸੀ ਜਾਂ ਕਾਂਗਰਸ ਪਾਰਟੀ ਨੇ ਡਿਵੈਲਪ ਕੀਤੇ ਆ, ਉਹਨਾਂ ਕਰਪਟ ਸਿਸਟਮਾਂ ਨੂੰ ਖਤਮ ਕਰਨਾ ਹੀ ਕਰਨਾ ਆ। ਜੀ, ਨਵਜੋਤ ਸਿੱਧੂ ਨਾਲ ਕੋਈ ਗੱਲਬਾਤ ਚੱਲ ਰਹੀ ਤੁਹਾਡੀ ਭਾਰਤੀ ਜਨਤਾ ਪਾਰਟੀ 'ਚ ਵਾਪਸ ਆਉਣ ਦੀ? ਮੈਨੂੰ ਅੱਜ ਤੱਕ ਨਵਜੋਤ ਸਿੱਧੂ ਬਾਰੇ ਸਮਝ ਨਹੀਂ ਆਈ। ਨਵਜੋਤ ਸਿੱਧੂ ਜੀ ਇੱਕ ਅਜਿਹੇ ਲੀਡਰ ਬਣ ਚੁੱਕੇ ਨੇ ਜਿਨ੍ਹਾਂ ਨੂੰ ਖੁਦ ਨਹੀਂ ਪਤਾ ਲੱਗ ਰਿਹਾ ਕਿ ਉਹਨਾਂ ਦਾ ਟਿਕਾਣਾ ਕੀ ਆ। ਕਦੇ ਉਹ ਸੋਨੀਆ ਗਾਂਧੀ ਜੀ ਕੋਲ ਜਾਂਦੇ ਨੇ, ਕਦੇ ਉਹ ਪ੍ਰਿੰਕਾ ਜੀ ਵੀ ਅੱਜ ਕੱਲ੍ਹ ਸਾਹਮਣੇ ਆਏ, ਕਦੇ ਉਹਨਾਂ ਕੋਲ ਜਾਂਦੇ ਨੇ, ਕਦੇ ਰਾਹੁਲ ਜੀ ਕੋਲ ਜਾਂਦੇ ਨੇ, ਪੈਰ ਉਹਨਾਂ ਦੇ ਲੱਗ ਨਹੀਂ ਰਹੇ ਕਿਤੇ ਵੀ। ਔਰ ਮੈਂ ਸਮਝਦਾ ਕਿ ਜੇ ਨਵਜੋਤ ਸਿੱਧੂ ਇੱਕ ਸਿਆਣੇ ਵਿਅਕਤੀ ਹੁੰਦੇ ਤਾਂ ਭਾਰਤੀ ਜਨਤਾ ਪਾਰਟੀ ਕਦੇ ਛੱਡ ਕੇ ਨਾ ਜਾਂਦੇ। ਭਾਰਤੀ ਜਨਤਾ ਪਾਰਟੀ ਵਿੱਚ ਉਹ MP ਵੀ ਜਿੱਤੇ, ਭਾਰਤੀ ਜਨਤਾ ਪਾਰਟੀ ਨੇ ਉਹਨਾਂ ਨੂੰ ਪਿਆਰ ਵੀ ਦਿੱਤਾ, ਪਰ ਉਹਨਾਂ ਨੇ ਉਸ ਪਿਆਰ ਦਾ ਮੁੱਲ ਨਹੀਂ ਪਾਇਆ। ਔਰ ਅੱਜ ਵੀ ਨਵਜੋਤ ਸਿੱਧੂ ਵਾਸਤੇ ਸਭ ਤੋਂ ਵਧੀਆ ਪਾਰਟੀ ਜੇ ਹੈ ਤਾਂ ਉਹ ਭਾਰਤੀ ਜਨਤਾ ਪਾਰਟੀ ਆ। ਪਰ ਸ਼ਰਤਾਂ ਦੇ ਆਧਾਰ 'ਤੇ ਕੋਈ ਵੀ ਜੁਆਇਨਿੰਗ ਨਹੀਂ ਹੁੰਦੀ। ਸਾਡੀ ਵਾਹਦ ਇੱਕ ਪਾਰਟੀ ਆ ਜਿਹਦੇ ਵਿੱਚ ਕੋਈ ਸ਼ਰਤ ਲੈ ਕੇ ਕੋਈ ਜੁਆਇਨ ਨਹੀਂ ਕਰ ਸਕਦਾ। ਸਿਧਾਂਤਾਂ ਦੇ ਆਧਾਰ 'ਤੇ, ਡਿਸਪਲਿਨ ਦੇ ਆਧਾਰ 'ਤੇ ਸਾਡੀ ਪਾਰਟੀ ਕੰਮ ਕਰਦੀ ਆ। ਔਰ ਅਸੀਂ ਹਾਈ ਕਮਾਂਡ ਦੇ ਆਰਡਰਾਂ ਦੇ ਨਿਰਦੇਸ਼ਾਂ ਦੇ ਥੱਲੇ ਕੰਮ ਕਰਦੇ ਹਾਂ। ਮੈਨੂੰ ਲੱਗਦਾ ਹੈ ਕਿ ਨਵਜੋਤ ਸਿੱਧੂ ਜੀ ਇਸ ਟਾਈਮ ਪੰਜਾਬ ਦੀ ਜਨਤਾ ਦਾ ਮੋਹ ਵੀ ਹੌਲੀ ਹੌਲੀ ਖਵਾਉਂਦੇ ਜਾ ਰਹੇ ਨੇ। ਔਰ ਇਸੇ ਹੀ ਕਰਕੇ ਉਹਨਾਂ ਦੇ ਇਸ ਟਾਈਮ ਕਿਤੇ ਪੈਰ ਵੀ ਨਹੀਂ ਲੱਗ ਰਹੇ। ਔਰ ਨਵਜੋਤ ਸਿੰਘ ਸਿੱਧੂ ਨੂੰ ਆਪਣੇ ਥੋੜ੍ਹੇ ਜਿਹੇ ਸਿਧਾਂਤ ਸੁਧਾਰਨੇ ਚਾਹੀਦੇ ਨੇ। ਔਰ ਹਰੇਕ ਦੇ ਖਿਲਾਫ ਜਿਹੜਾ ਬੋਲਦੇ ਨੇ ਥੋੜ੍ਹਾ ਜਿਹਾ ਉਹਨਾਂ ਨੂੰ ਠੀਕ ਕਰਨਾ ਚਾਹੀਦਾ ਹੈ, ਤਾਂ ਕਿ ਪੰਜਾਬ ਦੇ ਵਿੱਚ ਉਹ ਵਧੀਆ ਕੰਮ ਕਰਕੇ ਦਿਖਾਉਣ। ਵਧੀਆ ਵਿਅਕਤੀ ਨੇ, ਵਧੀਆ ਕੰਮ ਕਰਨ, ਪਰ ਵਧੀਆ ਕੰਮ ਕਰਨ ਵਾਸਤੇ ਵਧੀਆ ਸੋਚ ਵੀ ਹੋਣੀ ਚਾਹੀਦੀ ਹੈ। ਜੀ, ਭਾਰਤੀ ਜਨਤਾ ਪਾਰਟੀ ਜੇ ਸ਼ਾਮਲ ਹੋਣ ਦੀ ਕੋਈ ਸੰਭਾਵਨਾ ਹੈ? ਦੇਖੋ, ਇਸ ਬਾਰੇ ਅਜੇ ਤੱਕ ਸਾਡੇ ਸਾਹਮਣੇ ਕੋਈ ਵੀ ਆਪਣੇ ਸਪਸ਼ਟ ਰੂਪ ਵਿੱਚ ਗੱਲ ਕੋਈ ਨਹੀਂ ਆਈ। ਬਾਕੀ ਇਹ ਸਾਡੇ ਹਾਈ ਕਮਾਨ ਸਾਹਿਬ ਨੇ ਸਾਰੇ ਆਪਣੇ ਕੰਮਕਾਜ ਕਰਨੇ ਨੇ, ਉਹਨਾਂ ਦੇ ਆਧਾਰ ਖੇਤਰ ਵਿੱਚ ਆਉਂਦਾ। ਜੇਕਰ ਜੁਆਇਨ ਹੋਣਾ ਜਾਂ ਨਹੀਂ ਹੋਣਾ ਉਹ ਸਾਡੀ ਪਾਰਟੀ ਹਾਈ ਕਮਾਨ ਨੇ ਦੇਖਣਾ। ਕੈਪਟਨ ਸਰਕਾਰ ਵੱਲੋਂ 2 ਵਿਧਾਇਕ ਪੁੱਤਰਾਂ ਨੂੰ ਸਰਕਾਰੀ ਨੌਕਰੀ ਦਿੱਤੀ ਗਈ ਹੈ ਜੀ, ਜੋ ਕਿ ਅੱਜਕੱਲ੍ਹ ਪੰਜਾਬ ਦੇ ਵਿੱਚ ਬੜੀ ਚਰਚਾ ਦਾ ਵਿਸ਼ਾ, ਕਿਵੇਂ ਦੇਖਦੇ ਹੋ? ਦੇਖੋ, ਇਹ ਇੱਕ ਬਹੁਤ ਅਹਿਮ ਸਵਾਲ ਹੈ ਅੱਜ ਪੰਜਾਬ ਦੀ ਜਨਤਾ ਦੇ ਨਾਲ ਸੰਬੰਧਿਤ। ਇਸ ਸਵਾਲ ਨੇ ਸਾਡੇ ਸਾਰੇ ਪੰਜਾਬ ਦੀ ਜਨਤਾ ਨੂੰ ਅੱਜ ਨਹੀਂ ਕਈ ਸਾਲਾਂ ਤੋਂ ਸਾਡੇ ਸਟੂਡੈਂਟਸ ਦੀ ਜਨਰੇਸ਼ਨ ਨੂੰ ਬਰਬਾਦ ਕਰਕੇ ਰੱਖਿਆ ਹੋਇਆ। ਮੈਂ ਵੀ ਇੱਕ ਖੁਦ ਸਟੂਡੈਂਟ ਰਿਹਾ। ਔਰ ਦੇਖੋ, ਸਭ ਤੋਂ ਪਹਿਲਾਂ 1997 ਵਿੱਚ ਜਦੋਂ 1997 ਕਹਿ ਹੋ ਗਿਆ, ਜਦੋਂ ਆਪਣੇ 1987, 88, 85 ਦੇ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਥੋੜ੍ਹੇ ਟਾਈਮ ਲਈ ਆਈ ਸੀ, ਅਤੇ ਉਦੋਂ ਵੀ ਇਹਨਾਂ ਨੇ ਉਮਰਾਂ ਨੰਗਲ ਵਰਗਿਆਂ ਨੂੰ ਕੰਪੈਸ਼ਨੇਟਰ ਦੇ ਆਧਾਰ 'ਤੇ ਨੌਕਰੀਆਂ ਦਿੱਤੀਆਂ। ਅਤੇ ਉਮਰਾਂ ਨੰਗਲ ਸਾਹਿਬ ਦੀ ਨੌਕਰੀ ਕਿੰਨੀ ਕੁ ਪਵਿੱਤਰ ਆ ਅਤੇ ਕਿੰਨੀ ਕੁ ਉਹਨਾਂ ਦੀ ਮੈਂ ਕਹਾਂਗਾ ਵੀ ਸਪਸ਼ਟ ਰੂਪ ਵਧੀਆ ਰਹੀ ਆ, ਉਹ ਸਾਰਾ ਪੰਜਾਬ ਜਾਣਦਾ। ਠੀਕ। ਔਰ ਉਸ ਤੋਂ ਬਾਅਦ ਰਹੀ ਗੱਲ ਅੱਜ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ, ਉਹਨਾਂ ਨੇ ਵੀ ਕੰਪੈਸ਼ਨੇਟ ਦੇ ਆਧਾਰ 'ਤੇ ਬੜੀਆਂ ਨੌਕਰੀਆਂ ਦਿੱਤੀਆਂ। ਫਿਰ ਉਸ ਤੋਂ ਬਾਅਦ ਸਾਡੀ ਕਾਂਗਰਸ ਪਾਰਟੀ ਆ ਗਈ, ਇਹਨਾਂ ਨੇ ਕੰਪੈਸ਼ਨੇਟ ਦੇ ਆਧਾਰ 'ਤੇ ਨੌਕਰੀਆਂ ਦਿੱਤੀਆਂ। ਦੇਖੋ, ਗਜ਼ਟਡ ਆਫਿਸਰ ਨੂੰ ਸਿਲੈਕਟ ਕਰਨ ਵਾਸਤੇ UPSC ਸੈਂਟਰ ਦੇ ਵਿੱਚ ਔਰ ਸਟੇਟ ਵਿੱਚ PPSC ਕਮਿਸ਼ਨ ਬਣੇ ਹੋਏ ਨੇ। ਜੇਕਰ ਇਹਨਾਂ ਨੇ ਮੰਤਰੀਆਂ ਸੰਤਰੀਆਂ ਦੇ ਮੁੰਡਿਆਂ ਨੂੰ ਇਸੇ ਤਰ੍ਹਾਂ ਹੀ ਨੌਕਰੀਆਂ ਇਹੋ ਹੀ ਆਪਣੇ ਕ੍ਰਾਈਟੀਰੀਆ ਦੇ ਆਧਾਰ 'ਤੇ ਦੇਣੇ ਕਿ ਬੰਦਾ ਜਿਹੜਾ ਆ, ਸਟੂਡੈਂਟ ਜਿਹੜਾ ਆ, ਵਿਅਕਤੀ ਜਿਹੜਾ ਆ, ਉਹ ਕਿਸੇ ਮੰਤਰੀ ਦਾ ਬੇਟਾ ਹੋਵੇ ਜਾਂ ਕਿਸੇ MLA ਦਾ ਬੇਟਾ ਹੋਵੇ, ਤੇ ਫਿਰ ਇੰਨਾ ਪੜ੍ਹਨ ਦੀ ਕੀ ਲੋੜ ਆ? ਸਟੂਡੈਂਟ ਨੂੰ ਰਾਤਾਂ ਝਾਕਣ ਦੀ ਕੀ ਲੋੜ ਆ? ਇੰਨਾ ਹਾਰਡ ਵਰਕ ਕਰਨ ਦੀ ਕੀ ਲੋੜ ਆ? ਇਹ ਕ੍ਰਾਈਟੀਰੀਆ ਦੇਖੋ ਬਿਲਕੁਲ ਗਲਤ ਆ। ਔਰ ਇਹ ਪੰਜਾਬ ਦੀ ਜਨਰੇਸ਼ਨ ਨਾਲ, ਪੰਜਾਬ ਦੇ ਸਟੂਡੈਂਟਸ ਨਾਲ ਸ਼ਰੇਆਮ ਇਨਜਸਟਿਸ ਆ। ਔਰ ਕੈਪਟਨ ਸਾਹਿਬ ਇਸ ਦੇ ਸਿੱਧੇ ਕਲਪਰੇਟ ਨੇ। ਔਰ ਮੈਂ ਕਹਾਂਗਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੀ ਕਲਪਰੇਟ ਨੇ। ਉਹਨਾਂ ਵੀ ਬੜੇ ਬੰਦਿਆਂ ਨੂੰ ਇੱਦਾਂ ਨੌਕਰੀਆਂ ਦਿੱਤੀਆਂ। ਗਜ਼ਟਡ ਆਫਿਸਰ ਦਾ ਮਤਲਬ ਕੀ ਆ ਕਿ ਉਹਨਾਂ ਪੰਜਾਬ ਦੇ ਐਡਮਿਨਿਸਟ੍ਰੇਸ਼ਨ ਨੂੰ ਹੈਂਡਲ ਕਰਨਾ। ਜੇਕਰ ਐਡਮਿਨਿਸਟ੍ਰੇਸ਼ਨ ਨੂੰ ਹੈਂਡਲ ਕਰਨ ਵਾਲਾ ਵਿਅਕਤੀ ਉਹ ਆ ਜਿਹਨੂੰ ਸਾਰੇ ਭਾਰਤ ਦੀਆਂ ਸਟੇਟਾਂ ਦੇ ਨਾਮ ਹੀ ਨਾ ਆਉਂਦੇ ਹੋਣ, ਮੈਂ ਕਹਿੰਦਾ ਰਣਜੀਤ ਸਿੰਘ ਬਿੱਟੂ ਦੇ ਭਰਾ ਨੂੰ DSP ਬਣਾਇਆ, ਉਹਨੂੰ ਆ ਕੇ ਅੱਜ ਪੰਜਾਬ ਦੇ ਵਿੱਚ ਨਾ ਇੱਥੇ ਕਿਤੇ ਉਹਦੀ ਇੰਟਰਵਿਊ ਲੈ ਲਓ ਵੀ ਭਾਈ ਸਾਹਿਬ ਤੁਸੀਂ ਇਹੋ ਦੱਸ ਦਿਓ, ਸਾਰੇ ਸਟੇਟ ਦਾ ਨਾਂ ਦੱਸ ਦਿਓ। ਉਹ ਜੇ ਲਿਖ ਜੇ ਤਾਂ ਮੈਂ ਕਹਿੰਦਾ ਜੀ ਉਹਨੂੰ ਨੌਕਰੀ ਦੇ ਦਿਓ। ਪਰ ਕ੍ਰਾਈਟੀਰੀਆ ਕੀ ਆ ਕਿ ਉਹ ਬਿੱਟੂ ਜੀ ਦਾ ਭਰਾ ਆ। ਤਰਸ ਦੇ ਆਧਾਰ 'ਤੇ ਨੌਕਰੀ ਦਿੱਤੀ ਗਈ। ਤਰਸ ਕਾਹਦਾ? ਅੱਜ 25 ਸਾਲ ਹੋ ਚੁੱਕੇ ਬੇਅੰਤ ਸਿੰਘ ਜੀ ਨੂੰ ਮਰੇ ਨੂੰ।
ਉਹਨਾਂ ਦੇ ਇੱਕ ਬੇਟਾ ਮੰਤਰੀ ਰਿਹਾ, ਇੱਕ ਬੇਟਾ MLA ਪੋਤਰਾ, ਇੱਕ ਪੋਤਰਾ MP, ਅੱਜ ਵੀ ਤਰਸ ਦਾ ਆਧਾਰ ਆ। ਅਰਬਾਂ ਖਰਬਾਂ ਰੁਪਈਆਂ ਦੀ ਜਾਇਦਾਦ ਆ। ਅੱਜ ਸਟੂਡੈਂਟ ਪੰਜਾਬ ਦੇ ਬੇਰੁਜ਼ਗਾਰ ਤੁਰੇ ਫਿਰਦੇ ਨੇ। ਕੈਪਟਨ ਸਾਹਿਬ ਨੇ ਪਵਿੱਤਰ ਗੁਟਕਾ ਸਾਹਿਬ ਹੱਥ ਵਿੱਚ ਫੜ ਕੇ ਸਹੁੰ ਖਾਧੀ ਸੀ ਕਿ ਮੈਂ ਬੇਰੁਜ਼ਗਾਰੀ ਖਤਮ ਕਰਾਂਗਾ। ਬੇਰੁਜ਼ਗਾਰੀ ਖਤਮ ਕਰਨ ਦਾ ਜੇ ਇਹ ਢੰਗ ਹੈ ਕੈਪਟਨ ਸਾਹਿਬ ਦਾ, ਤੇ ਇਸ ਤੋਂ ਸ਼ਰਮਨਾਕ ਘਟਨਾ ਪੰਜਾਬ ਦੀ ਹਿਸਟਰੀ ਵਿੱਚ ਹੋਰ ਕੋਈ ਨਹੀਂ ਹੋ ਸਕਦੀ। ਇਹ ਸਾਡੇ ਸਟੂਡੈਂਟਸ ਦੇ ਨਾਲ ਸ਼ਰੇਆਮ ਧੱਕਾ ਆ, ਇਨਜਸਟਿਸ ਆ। ਇਹ ਸਾਰੀਆਂ ਜਿਹੜੀਆਂ ਇਹੋ ਜਿਹੀਆਂ ਸਿਲੈਕਸ਼ਨਸ ਨੇ ਉਹ ਕੈਂਸਲ ਹੋਣੀਆਂ ਚਾਹੀਦੀਆਂ ਔਰ ਪੰਜਾਬ ਦੇ ਸਟੂਡੈਂਟਸ ਦੇ ਨਾਲ ਰੁਜ਼ਗਾਰ ਪੈਦਾ ਕਰਕੇ ਦੇ ਕੇ ਜਸਟਿਸ ਹੋਣਾ ਚਾਹੀਦਾ। ਥੈਂਕ ਯੂ। ਥੈਂਕ ਯੂ, ਧੰਨਵਾਦ, ਸਤਿ ਸ਼੍ਰੀ ਅਕਾਲ।